जियो एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जेता जियो पिंड सब तेरा, तू अंतरजामी पुरख भगवान। दासन दास कह जन नानक, जेहा तू कराए तेहा हाँ करी वख्यान। दासन दास कह जन नानक, जेहा तू कराए तेहा हाँ करी वख्यान। ज्ञान दे अगमी सागर वाली कायनात, चौर शतर तख्त दे मालिक, जुगो जुग अटल साहिब श्री गुरु ग्रंथ साहिब महाराज सतगुर सच्चे पातशाह महाराज जी दी पावन पवित्र बोध का आनंद माण रहे गुरु सवारियों। आओ कुछ समा साहिबां दी पावन सिक्ख्या सिद्धांतां समझण तो पहला गुरु बख्शी फतेह नाल सांझ पाइए। जितनी भी संगत बैठी है सारे ही अपनिया मन बिरतियां नूं करो एकागर। इको आवाज दे विच सारे ही आखो जी वाहिगुरू जी का खालसा वाहिगुरू जी की फतेह। हुक्म होया है कि अकाल तख्त साहिब सिद्धांत ਅਤੇ ਸਿੱਖਿਆ ਇਸ ਵਿਸ਼ੇ ਦੇ ਉੱਪਰ ਕੁਝ ਕੁ ਵਿਚਾਰ ਸੰਗਤ ਦੇ ਨਾਲ ਰੱਖੇ ਜਾਣ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਨ, ਆਪ ਹੀ ਵਿਚਾਰ ਕਰਵਾ ਲੈਣ। ਸਾਧ ਸੰਗਤ, ਕੌਮ ਦਾ ਕੋਈ ਵੀ ਕੌਮ ਹੋਵੇ ਤੇ ਕੌਮ ਦੇ ਵਿੱਚ ਇੱਕ ਵਿਧਾਨ, ਇੱਕ ਪ੍ਰਧਾਨ ਤੇ ਇੱਕ ਨਿਸ਼ਾਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਵੀ ਕੌਮ ਦੇ ਵਿੱਚ ਵਿਧਾਨ, ਪ੍ਰਧਾਨ ਅਤੇ ਨਿਸ਼ਾਨ। ਸਿੱਖ ਜਗਤ ਦੇ ਅੰਦਰ ਜਦੋਂ ਆਪਾਂ ਦੇਖਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਤਖਤ ਅਤੇ ਤਖਤ ਦੀ ਰਹਿਨੁਮਾਈ ਦੇ ਹੇਠ, ਤਖਤ ਦੀ ਛਤਰ ਛਾਇਆ ਦੇ ਹੇਠ ਜਿਹੜੇ ਸਿੱਖ ਜਗਤ ਦੇ ਉਹ ਦੱਸੀ ਹੋਈ ਜੀਵਨ ਜੁਗਤ ਦੇ ਮੁਤਾਬਕ ਆਪਣਾ ਜਿਹੜਾ ਜੀਵਨ ਬਸੇਰਾ ਉਹ ਕਰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੈ ਉਹ ਪੰਥਕ ਵਿਦਵਾਨਾਂ ਦੇ ਕੁਛ ਵਿਚਾਰ ਆਪੋ ਆਪਣੇ ਅਲੱਗ-ਅਲੱਗ ਨੇ, ਪਰ ਜ਼ਿਆਦਾਤਰ ਵਿਦਵਾਨ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਨੂੰ ਮੰਨਦੇ ਨੇ, ਜਿਨ੍ਹਾਂ ਨੇ ਪ੍ਰਮਾਣਿਕ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਸੰਨ 1609 ਦੇ ਵਿੱਚ ਹੋਈ। ਜ਼ਿਆਦਾਤਰ ਵਿਦਵਾਨ ਇਸ ਗੱਲ ਦੇ ਉੱਤੇ ਜਿਹੜਾ ਉਹ ਕਹਿ ਰਹੇ ਨੇ, ਜ਼ੋਰ ਦੇ ਰਹੇ ਨੇ।
ਹੁਣ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਿਰਜਣਾ ਹੈ ਜਾਂ ਤਖ਼ਤ ਹੈ, ਇਹ ਗੱਲ ਯਾਦ ਰੱਖਣਾ ਸਾਧ ਸੰਗਤ, ਕੇਵਲ ਤੇ ਕੇਵਲ ਬਿਲਡਿੰਗ ਤੱਕ ਸੀਮਤ ਨਹੀਂ। ਜੋ ਵੀ ਨਾਮ ਰੱਖਿਆ ਹੈ ਗੁਰਮਤਿ ਦੇ ਅੰਦਰ, ਗੁਰਸਿੱਖੀ ਦੇ ਅੰਦਰ, ਗੁਰਬਾਣੀ ਦੇ ਵਿੱਚ, ਉਹਦੇ ਪਿੱਛੇ ਗਹਿਰਾਈ ਬਹੁਤ ਵੱਡੀ ਹੈ, ਉਹਦੇ ਪਿੱਛੇ ਸਿਧਾਂਤ ਬਹੁਤ ਵੱਡਾ ਹੈ, ਉਸ ਦੇ ਪਿੱਛੇ ਸਿੱਖਿਆ ਬਹੁਤ ਵੱਡੀ ਹੈ। ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਮਹਾਰਾਜ ਹਜ਼ੂਰ ਤੋਂ ਲੈ ਕੇ ਆਪਾਂ ਦੇਖਦੇ ਹਾਂ ਵੀ ਸਤਿਗੁਰੂ ਸਾਹਿਬਾਨ ਨੇ ਨਗਰ ਜਿਹੜੇ ਜਿਹੜੇ ਵਸਾਏ ਤੇ ਨਗਰਾਂ ਦੇ ਨਾਮ ਰੱਖੇ, ਉਹਨਾਂ ਦੇ ਨਾਮ ਦੇ ਪਿੱਛੇ ਬੜੀ ਵੱਡੀ ਫਿਲਾਸਫੀ ਸੀ। ਗੁਰੂ ਨਾਨਕ ਦੇਵ ਮਹਾਰਾਜ ਪਾਕਿਸਤਾਨ ਦੀ ਧਰਤੀ ਤੇ ਕਰਤਾਰਪੁਰ ਵਸਾ ਹੈ, ਕਰਤਾਰਪੁਰ ਕਰਤਾ ਵਸਾ, ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ। ਖਡੂਰ ਸਾਹਿਬ ਵਸਾਇਆ ਗੁਰੂ ਅੰਗਦ ਦੇਵ ਮਹਾਰਾਜ ਜੀ, ਗੋਇੰਦਵਾਲ ਸਾਹਿਬ ਵਸਾਇਆ, ਰਾਮਦਾਸਪੁਰਾ ਅੰਮ੍ਰਿਤਸਰ ਪਾਵਨ ਪਵਿੱਤਰ ਸਥਾਨ ਵਸਾਇਆ, ਜਿਤਨੇ ਵੀ ਹਰਗੋਬਿੰਦਪੁਰ ਵਸਾਇਆ, ਕੀਰਤਪੁਰ ਸਾਹਿਬ ਵਸਾਇਆ, ਅਨੰਦਪੁਰ ਸਾਹਿਬ ਵਸਾਇਆ, ਦਸਮ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਤੱਕ ਆਉਂਦੇ ਹਾਂ ਆਪਾਂ। ਤੇ ਜੋ ਨਾਮ ਰੱਖੇ ਨਾ ਗੁਰੂ ਪਾਤਸ਼ਾਹ, ਉਹ ਬੜੇ ਮਨੁੱਖ ਨੂੰ ਉਹਦੀ ਜੀਵਨ ਦੇ ਵਿੱਚ, ਉਹਦੇ ਜੀਵਨ ਜੁਗਤ ਦੇ ਵਿੱਚ ਬੜੀ ਵੱਡੀ ਫਿਲਾਸਫੀ, ਬੜੀ ਵੱਡੀ ਸਿੱਖਿਆ ਦਿੰਦੇ ਨੇ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਹੁਣ ਜਿਹੜਾ ਤਖ਼ਤ ਹੈ ਗੁਰਬਾਣੀ ਦੇ ਵਿੱਚੋਂ ਆਪਾਂ ਦੇਖੀਏ ਵੀ ਤਖ਼ਤ ਦੇ ਅਰਥ ਕਿਹੜੇ ਕਿਹੜੇ ਆਏ। ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਖ਼ਤ ਲਫ਼ਜ਼ ਲੈ ਕੇ ਤੇ ਤਖ਼ਤ ਨੂੰ ਕਿਹੜੇ ਕਿਹੜੇ ਪ੍ਰਕਰਨਾਂ ਦੇ ਵਿੱਚ, ਕਿਹੜੇ ਕਿਹੜੇ ਅਰਥਾਂ ਦੇ ਵਿੱਚ ਵਰਤਿਆ। ਔਰ ਕੇਵਲ ਬਿਲਡਿੰਗ ਤੱਕ ਸੀਮਤ ਨਹੀਂ, ਸਾਧ ਸੰਗਤ ਯਾਦ ਰੱਖਣਾ, ਇੱਥੋਂ ਤੱਕ ਮਨੁੱਖ ਦਾ ਜਿਹੜਾ ਹਿਰਦਾ ਹੈ, ਮਨੁੱਖ ਦੀ ਜਿਹੜੀ ਸੇਜ ਹੈ, ਉਹਨੂੰ ਵੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਤਖ਼ਤ ਕਿਹਾ। ਬਾਕੀ ਗੱਲ ਬਾਅਦ ਦੀ ਆ। ਪਹਿਲੇ ਨੰਬਰ ਤੇ ਮਨੁੱਖ ਦਾ ਹਿਰਦਾ, ਮਨੁੱਖ ਦੀ ਸੇਜ ਜਿਹੜੀ ਆ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਤਖ਼ਤ ਕਿਹਾ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਆਪਾਂ ਆਮ ਤੌਰ ਤੇ ਦੇਖਦੇ ਹਾਂ, ਆਮ ਤੌਰ ਤੇ ਲਾਈਨਾਂ ਪੜ੍ਹਦੇ ਵੀ ਹਾਂ। ਸਤਿਗੁਰੂ ਕਹਿੰਦੇ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ, ਤਖ਼ਤ ਆਇਆ। ਫਿਰ ਆਪਾਂ ਅਕਾਲ ਤਖ਼ਤ ਸਾਹਿਬ ਤੱਕ ਜਾਵਾਂਗੇ ਔਰ ਫਿਰ ਆਪਾਂ ਸਿਧਾਂਤ ਕੀ ਲੈਣੇ ਆ, ਸਿੱਖਿਆ ਕੀ ਲੈਣੀ ਹੈ। ਜਿਹੜੇ ਨਹੀਂ ਲੈਂਦੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਜਿਹੜੇ ਵਿਧਾਨ ਤੇ ਚੱਲਦੇ ਨੇ ਉਹ ਗੁਰੂ ਪਾਤਸ਼ਾਹ ਦੇ ਦਰ ਤੇ ਕਿਸ ਤਰ੍ਹਾਂ ਪ੍ਰਭਾਵ ਹੁੰਦੇ ਨੇ, ਉਹ ਫਿਲਾਸਫੀ ਵੱਲ, ਉਹ ਗਹਿਰਾਈ ਵੱਲ ਬਾਅਦ 'ਚ ਦੇਖਦੇ ਆ। ਸਤਿਗੁਰੂ ਕਹਿੰਦੇ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ। ਹੁਣ ਇੱਥੇ ਇੱਕ ਸ਼ਬਦ ਨਾਲ ਵਰਤਿਆ, ਸੱਚਾ। ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਜਦੋਂ ਵੀ ਸਾਨੂੰ ਕੋਈ ਸਮਝਾਉਣਾ ਹੋਵੇ, ਉਹਦੇ ਨਾਲ ਇਸ ਤਰ੍ਹਾਂ ਦੇ ਗੁਰੂ ਪਾਤਸ਼ਾਹ ਨੇ ਅਲੰਕਾਰ ਜ਼ਰੂਰ ਵਰਤੇ ਹੁੰਦੇ ਨੇ ਵੀ ਮਨੁੱਖ ਨੂੰ ਸਮਝ ਲੱਗ ਜਾਵੇ ਵੀ ਇਹਦੇ ਵਿੱਚ, ਕਿਉਂਕਿ ਸੰਸਾਰ ਦੇ ਵਿੱਚ ਦੇਖੋ ਦੋ ਚੀਜ਼ਾਂ ਆਮ ਤੌਰ ਤੇ ਸਾਨੂੰ ਦਿਸਣਗੀਆਂ, ਜੇ ਸੁੱਖ ਹੈ ਤੇ ਦੁੱਖ ਵੀ ਆ, ਜੇ ਖੁਸ਼ੀ ਹੈ ਤੇ ਗਮੀ ਵੀ ਆ। ਜੇ ਆਪਾਂ ਇੱਧਰ ਦੇ ਪਾਸੇ ਲਿਖ ਲਈਏ, ਜੇ ਮਨਮੁਖ ਹੈ ਤੇ ਗੁਰਮੁਖ ਵੀ ਆ। ਤੇ ਜਦੋਂ ਆਪਾਂ ਪ੍ਰੀਤ ਦੀ ਗੱਲ ਕਰਦੇ ਹਾਂ ਤੇ ਗੁਰਬਾਣੀ ਦੇ ਵਿੱਚ ਪ੍ਰੀਤ ਦੀਆਂ ਉਦਾਹਰਨਾਂ ਸਤਿਗੁਰੂ ਕਹਿੰਦੇ ਨੇ। ਜਦੋਂ ਸਾਚੀ ਪ੍ਰੀਤ ਦੀ ਗੱਲ ਆਉਂਦੀ ਹੈ ਤੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੇ ਪ੍ਰੀਤ ਦੀ ਵੀ ਗੱਲ ਆ ਜਾਂਦੀ ਹੈ, ਦੋਨੇ ਚੀਜ਼ਾਂ ਨਾਲ। ਤੇ ਜਦੋਂ ਤਖ਼ਤ ਦੀ ਗੱਲ ਆਈ ਤੇ ਸਤਿਗੁਰਾਂ ਨੇ ਉੱਥੇ ਵੀ ਇੱਕ ਨਾਲ ਸ਼ਬਦ ਲਿਖ ਦਿੱਤਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ। ਹੁਣ ਤਖ਼ਤ ਵੀ ਸੱਚਾ ਹੋਵੇ, ਦਰਬਾਰ ਤਾਂ ਵੱਡਾ ਹੋ ਜਾਂਦਾ ਹੈ, ਤਖ਼ਤ ਵੀ ਸੱਚਾ ਹੋਵੇ। ਹੁਣ ਉਹ ਤਖ਼ਤ ਜਿਹੜਾ ਉਹ ਸੱਚਾ ਕਿਸ ਤਰ੍ਹਾਂ ਹੋਣਾ, ਉਹ ਵੀ ਆਪਾਂ ਬਾਣੀ ਦੇ ਵਿੱਚੋਂ ਦੇਖੀਏ ਵੀ ਤਖ਼ਤ ਜਿਹੜਾ ਹੈ। ਹੁਣ ਗੱਲ ਤਾਂ ਇਹ ਆ ਸਾਰੀ, ਇੱਥੋਂ ਬਸ ਇੱਥੋਂ ਹੀ ਗੱਲ ਸਮਝਣ ਦੀ ਲੋੜ ਹੈ ਵੀ ਬਿਲਡਿੰਗ ਤੱਕ ਸੀਮਤ ਨਹੀਂ, ਵੀ ਜਿਹੜੀ ਬਿਲਡਿੰਗ ਹੈ, ਹੁਣ ਬਿਲਡਿੰਗ ਨੂੰ ਆਪਾਂ ਸੱਚੀ ਕਿਸ ਤਰ੍ਹਾਂ ਕਰ ਲਾਂਗੇ, ਜਾਂ ਬਿਲਡਿੰਗ ਉੱਤੇ ਪਾਣੀ ਪਾ ਦਿਆਂਗੇ, ਬਿਲਡਿੰਗ ਧੋ ਦਿਆਂਗੇ, ਜਾਂ ਇਸ ਤਰੀਕੇ ਨਾਲ ਤਾਂ ਗੁਰਮਤਿ ਨੇ ਪ੍ਰਮਾਣ ਹੀ ਨਹੀਂ ਕੀਤਾ, ਸਤਿਗੁਰੂ ਪਾਤਸ਼ਾਹ ਨੇ ਪ੍ਰਮਾਣ ਹੀ ਨਹੀਂ ਕੀਤਾ ਇਸ ਤਰੀਕੇ ਦੇ ਨਾਲ। ਵੀ ਜੇ ਇਸ ਤਰੀਕੇ ਦੇ ਨਾਲ ਕਰਨਾ ਹੁੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀ ਜਿਹੜੀ ਇਹ ਕੋਠੀਆਂ ਨੂੰ ਜਾਂ ਬਿਲਡਿੰਗਾਂ ਨੂੰ ਆਪਾਂ POP ਕਰਦੇ ਜਾਂ ਹੋਰ ਕੁਛ ਕਰਦੇ ਹਾਂ, ਬਥੇਰੇ ਕੰਮ ਕਰਦੇ ਹਾਂ, ਬਹੁਤ ਸੋਹਣੀ ਬਿਲਡਿੰਗ ਬਣਾਈ ਜਾ ਸਕਦੀ, ਪਰ ਨਹੀਂ। ਸਤਿਗੁਰੂ ਪਾਤਸ਼ਾਹ ਨੇ ਕੁਝ ਹੋਰ ਸਮਝਾਇਆ ਇਹਦੇ ਵਿੱਚੋਂ।
ਸਤਿਗੁਰੂ ਕਹਿੰਦੇ ਸੱਜਣਾ ਨਹੀਂ, ਜਿਸ ਤਰੀਕੇ ਦੇ ਨਾਲ ਸੱਜਣ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ, ਸੱਜਣ ਠੱਗ ਤਾਂ ਆਪਾਂ ਕਹਿ ਦਿੰਦੇ ਹਾਂ ਪਰ ਉਹ ਸਿੱਖ ਬਣ ਗਿਆ ਬਾਅਦ ਚ। ਸੱਜਣ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਨਾ ਇੱਕ ਬੜੀ ਵੱਡੀ ਸਿੱਖਿਆ ਦੇਤੀ। ਉਹਦੇ ਘਰ ਦੇ ਵਿੱਚ ਜਾ ਕੇ, ਉਹਦੇ ਘਰ ਦੇ ਵਿੱਚ ਰਹਿ ਕੇ, ਤੇ ਉਹਦੇ ਘਰ ਦੇ ਵਿੱਚ ਰਹਿ ਕੇ ਨਾ ਉਹਨੇ ਕੋਈ ਬੜੀ ਵੱਡੀ ਸਿੱਖਿਆ ਦਿੱਤੀ। ਤੇ ਗੱਲ ਇਹ ਹੁੰਦੀ ਹੈ ਵੀ ਸਰੋਤਾ ਵੀ ਅੱਗੋਂ ਉਸ ਤਰ੍ਹਾਂ ਦਾ ਹੋਵੇ ਵੀ ਜਿਹੜਾ ਉਸੇ ਗੱਲ ਨੂੰ ਸਮਝ ਵੀ ਲਵੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਨਾ, ਤੇ ਸ਼ਬਦ ਦੇ ਵਿੱਚ ਇੱਕ ਤੁਕ ਆਈ, ਸਾਧ ਸੰਗਤ ਇੱਕ ਪੰਕਤੀ ਆਈ ਵੀ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆਹ। ਆਹ ਲਾਈਨ ਗੁਰੂ ਨਾਨਕ ਦੇ ਪਾਤਸ਼ਾਹ ਨੇ। ਸ਼ਬਦ ਇਹ ਗੁਜਰ ਕਹਾਂ ਚਿਲਕਣਾ ਘੋਟਮ ਘਰੜੀ ਮਸ ਧੋਤਿਆਂ ਜੂਠ ਨਾ ਉਤਰਿਆ ਜਿਸ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟ ਕੁੱਟ ਜੀਵਨਾ ਜੀਆਂ ਖਾਵਣੇ ਬੱਗੇ ਨਾ ਕਹੀਆਂ। ਸਤਿਗੁਰੂ ਇਹਦੇ ਚ ਕਹਿੰਦੇ ਉਹ ਸੱਜਣਾ ਯਾਦ ਰੱਖੀ, ਤੇਰਾ ਮਹਿਲ ਬੜਾ ਸੋਹਣਾ, ਬਾਹਰੋਂ ਬੜਾ ਸੋਹਣਾ ਲੱਗਦਾ ਪਿਆ, ਬਸ ਇੱਥੋਂ ਗੱਲ ਚੱਕਣੀ ਵੀ ਜਿਹੜਾ ਤਖਤ ਹੈ ਉਹ ਕਿਸ ਤਰ੍ਹਾਂ। ਹੁਣ ਉਹਦਾ ਵੀ ਤਖਤ ਹੈ, ਉਹਨੇ ਵੀ ਇੱਕ ਤਖਤ ਬਣਾਇਆ ਆਪਣਾ, ਦੁਨਿਆਵੀ ਤੌਰ ਤੇ ਉਹਦਾ ਤਖਤ ਹੈ, ਪਰ ਇਹ ਤਖਤ ਦੀ ਨਿਸ਼ਾਨੀ ਕੀ ਹੈ? ਜੋ ਉਹਦੇ ਤਖਤ ਦੇ ਵਿੱਚ ਹੋ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਦੱਸਦੇ ਪਏ ਨੇ। ਕਹਿੰਦੇ ਉਹ ਸੱਜਣਾ, ਇੱਕ ਤਾਂ ਤੂੰ ਆਪਣਾ ਲਿਬਾਸ ਪਾਇਆ, ਤੇ ਆਪਣਾ ਲਿਬਾਸ ਪਾਇਆ ਹੋਇਆ ਤੇ ਦੁਨੀਆ ਨੂੰ ਕੇਵਲ ਦਿਖਾਵਾ ਦੇ ਰਿਹਾ, ਤੇ ਦੂਸਰੇ ਨੰਬਰ ਤੇ ਜਿਹੜੀ ਤੇਰੀ ਇਹ ਧਰਮਸ਼ਾਲਾ ਹੈ, ਜਿਹੜਾ ਤੂੰ ਇਹ ਧਰਮਸ਼ਾਲਾ ਬਣਾ ਕੇ ਦੁਨੀਆ ਨੂੰ ਆਪਣੀ ਧਰਮਸ਼ਾਲਾ ਦੇ ਵਿੱਚ ਲੈ ਕੇ ਆਉਂਦਾ ਹੈ, ਤੇ ਤੇਰੀ ਧਰਮਸ਼ਾਲਾ ਦੀ ਜਿਹੜੀ ਹਾਲਤ ਹੈ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੱਸਤੀ। ਸਤਿਗੁਰੂ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆ, ਬੜੇ ਸੋਹਣੇ ਬਣਾ ਲਏ ਮਹਿਲ ਮਾੜੀਆਂ, ਬੜਾ ਲੇਪ ਪੋਚਾ ਕਰ ਲਿਆ। ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆ, ਅਗਲੀ ਗੱਲ ਕਹੀ ਢੱਠੀਆਂ ਕੰਮ ਨਾ ਆਵੀ ਵਿੱਚੋਂ ਸਖਣੀਆਂ। ਵੇ ਸੱਜਣਾ, ਕੇਵਲ ਤੇ ਕੇਵਲ ਬਾਹਰੀ ਤੌਰ ਤੇ ਅੰਦਰ ਇਸ ਧਰਮਸ਼ਾਲਾ ਦੇ ਵਿੱਚ ਸੱਚ ਨਹੀਂ ਹੈ। ਸਾਧ ਸੰਗਤ, ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤੱਕ। ਧਰਮਸ਼ਾਲਾ ਤੋਂ ਬਣਾ ਲਈਏ, ਤਖਤ ਤੋਂ ਬਣਾਇਆ ਹੈ, ਬਾਹਰੀ ਤੌਰ ਤੇ ਆ, ਪਰ ਇਸ ਤਖਤ ਦੇ ਅੰਦਰ ਸੱਚ ਨਹੀਂ ਹੈ, ਇਸ ਤਖਤ ਦੇ ਅੰਦਰ ਧਰਮ ਨਹੀਂ ਹੈ, ਇਸ ਤਖਤ ਦੇ ਅੰਦਰ ਇਮਾਨਦਾਰੀ ਨਹੀਂ ਹੈ, ਇਸ ਤਖਤ ਦੇ ਅੰਦਰ ਨਿਮਰਤਾ ਨਹੀਂ ਹੈ। ਇਹ ਧਰਮਸ਼ਾਲਾ ਕੇਵਲ ਤੇ ਕੇਵਲ ਕਪਟ ਹੈ, ਕੇਵਲ ਤੇ ਕੇਵਲ ਧੋਖਾ ਹੈ, ਕੇਵਲ ਤੇ ਕੇਵਲ ਫਰੇਬ ਹੈ, ਕੇਵਲ ਤੇ ਕੇਵਲ ਠੱਗੀ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ ਤਸਵੀਰ ਖਿੱਚ ਦਿੱਤੀ, ਇਸ ਤੋਂ ਉੱਪਰ ਕੁਝ ਵੀ ਨਹੀਂ। ਬਸ ਇੰਨੀ ਕੋ ਗੱਲ ਜਦੋਂ ਦੇ ਕੰਨੀ ਪਈ ਨਾ, ਤੇ ਰਿਆ ਨਹੀਂ ਗਿਆ ਤੇ ਆ ਕੇ ਗੁਰੂ ਮਹਾਰਾਜ ਦੇ ਚਰਨੀ ਟਿਕ ਪਿਆ ਤੇ ਕਹਿੰਦਾ ਸਤਿਗੁਰੂ ਹੁਣ ਆਪ ਦੱਸੋ ਵੀ ਧਰਮਸ਼ਾਲਾ ਨੂੰ ਪਵਿੱਤਰ ਤਖਤ ਕਿੱਦਾਂ ਬਣਾਇਆ ਜਾਵੇ। ਤੇ ਸਤਿਗੁਰਾਂ ਨੇ ਜੋ ਜੁਗਤ ਦੱਸੀ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸਵਾ। ਬਸ ਆਹ ਤਰੀਕਾ। ਉਹ ਤਖਤ ਮਨੁੱਖ ਦਾ ਘਰ ਵੀ ਤਖਤ ਬਣ ਜਾਂਦਾ, ਯਾਦ ਰੱਖਣਾ, ਜੇ ਉਸ ਘਰ ਦੇ ਵਿੱਚ ਸੱਚ ਆ ਜਾਵੇ। ਮਨੁੱਖ ਦਾ ਘਰ, ਇਨਸਾਨ ਦਾ ਆਪਣਾ ਘਰ ਵੀ ਤਖਤ ਬਣ ਜਾਂਦਾ ਜੇ ਉਸ ਘਰ ਦੇ ਵਿੱਚ ਧਰਮ ਆ ਗਿਆ, ਉਸ ਘਰ ਦੇ ਵਿੱਚ ਸੱਚ ਆ ਗਿਆ। ਉਸ ਘਰ ਦੇ ਵਿੱਚ ਜਦੋਂ ਘਰ ਦਾ ਮਾਲਕ ਆਉਂਦਾ ਹੈ, ਧਰਮ ਦੀ ਕਮਾਈ ਲੈ ਕੇ ਆਉਂਦਾ ਹੈ, ਤੇ ਯਾਦ ਰੱਖਣਾ ਉਹ ਘਰ ਤਖਤ ਹੈ। ਤੇ ਬੇਸ਼ੱਕ ਉਸ ਘਰ ਦੇ ਵਿੱਚ ਭਾਵੇਂ ਬਾਣੀ ਵੀ ਪੜ੍ਹੀ ਜਾਂਦੇ ਆ, ਪਾਠ ਵੀ ਕਰੀ ਜਾਂਦੇ ਆ, ਪਰ ਫਿਰ ਜੇ ਕਪੜ ਦੀ ਕਮਾਈ ਆ ਰਹੀ ਹੈ, 2 ਨੰਬਰ ਦੀ ਕਮਾਈ ਆ ਰਹੀ ਹੈ, ਤੇ ਯਾਦ ਰੱਖਣਾ ਗੁਰਸਿੱਖੋ, ਉਹ ਧਰਮ ਦੀ ਕਮਾਈ, ਉਹ ਤਖਤ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਘਰ ਨਹੀਂ ਹੋ ਸਕਦਾ, ਉਹ ਤਖਤ ਨਹੀਂ ਹੋ ਸਕਦਾ। ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਹਜ਼ੂਰ ਜੀ ਦੀ ਇੱਕ ਪੰਕਤੀ ਕਲੀਅਰ ਕਰਾਂ, ਇਸੇ ਗੱਲ ਨੂੰ ਸਤਿਗੁਰੂ ਪਾਤਸ਼ਾਹ ਦੀ ਪੰਕਤੀ ਕਲੀਅਰ ਕਰਦੀ ਪਈ। ਸਤਿਗੁਰੂ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੀ। ਹੁਣ ਇੱਥੇ ਥੋੜਾ ਜਿਹਾ ਸੋਚਿਓ ਬਈ, ਇੱਕ ਪਾਸੇ ਤਾਂ ਤਾਰੀਫ ਕਰਦੇ ਪਏ ਪਰਮਾਤਮਾ ਦੀ, ਪਰਮਾਤਮਾ ਦੇ ਗੁਣ ਗਾਉਂਦੇ ਪਏ। ਕੋਈ ਗਾਵੇ, ਰਾਗੀ ਗਾ ਰਹੇ ਨੇ, ਨਾਦੀ ਗਾ ਰਹੇ ਨੇ, ਬੇਦੀ ਵੇਦਾਂ ਨੂੰ ਵਰਤਣ ਵਾਲੇ ਗਾ ਰਹੇ, ਵਿਦਵਾਨ ਲੋਕ ਗਾ ਰਹੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਬੜੇ ਤਰੀਕਿਆਂ ਦੇ ਨਾਲ ਗਾ ਰਹੇ ਨੇ। ਪਰ ਹੋਇਆ ਕੀ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨਹੀਂ ਹਰ ਹਰ ਭੀਜੈ ਰਾਮ ਰਾਜੀ। ਹੁਣ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪਰਮਾਤਮਾ ਖੁਸ਼ ਹੀ ਨਹੀਂ ਹੈ, ਗੁਰੂ ਖੁਸ਼ ਹੀ ਨਹੀਂ ਹੈ। ਕਾਰਨ ਉਹ ਵਾਲੀ ਲਾਈਨ ਚ ਗਿਆ, ਜਿੰਨਾ ਅੰਤਰ ਕਪਟ ਵਿਕਾਰ ਹੈ